च तैनू जे चैन नहीं लगदा, दुनिया च तैनू जे चैन नहीं लगदा। यीशु कोल आवीं ते चंगा है, दुनिया च तैनू जे चैन नहीं लगदा। पापां दे हनेरियां च किथे लंघा जाना है, उच्चे नीवें थावां विच खेडे पिया खाना है। पापां दे हनेरियां च किथे लंघा जाना है, उच्चे नीवें थावां विच खेडे पिया खाना है। तेरा जेड़ा पार चुके तैनू नहीं लगदा, तेरा जेड़ा पार चुके तैनू नहीं लगदा। यीशु कोल आवें ते चंगा है, दुनिया च तैनू जे चैन नहीं लगदा। प्रेज द लॉर्ड एवरीवन। मैं पास्टर कुलभूषण जौहर एशियन चर्च ऑफ क्राइस्ट वैंकूवर BC तो प्रोग्राम नवीं जिंदगी ਦੇ ਵੱਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਮੈਂ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ ਤੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਵਧ ਰਹੇ ਹੋਵੋਗੇ। ਆਓ ਹਰ ਵਾਰ ਦੀ ਤਰ੍ਹਾਂ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਸਿੱਖਣ ਤੋਂ ਪਹਿਲਾਂ, ਵਚਨ ਨੂੰ ਪੜ੍ਹਨ ਤੋਂ ਪਹਿਲਾਂ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਸਿਰਾਂ ਨੂੰ ਝੁਕਾਵਾਂਗੇ। ਆਓ ਅਸੀਂ ਦੁਆ ਕਰਾਂਗੇ। ਸਰਵ ਸ਼ਕਤੀਮਾਨ ਪਰਮੇਸ਼ਰ ਯਿਸੂ ਮਸੀਹ ਨਾਸਰੀ, ਧੰਨਵਾਦ ਕਰਦੇ ਹਾਂ ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਨੂੰ, ਪ੍ਰਾਰਥਨਾ ਨੂੰ ਸੁਣਦੇ ਹੋ। ਇਸ ਵਕਤ ਤੁਸੀਂ ਸਾਨੂੰ ਮੌਕਾ ਦਿੱਤਾ ਅਸੀਂ ਤੁਹਾਡੀ ਹਜ਼ੂਰੀ 'ਚ ਬੈਠ ਸਕੀਏ, ਪ੍ਰਾਰਥਨਾ ਕਰ ਸਕੀਏ, ਵਚਨਾਂ 'ਚੋਂ ਸਿੱਖ ਸਕੀਏ। ਹੋਣ ਦਿਓ ਪਿਤਾ ਪਰਮੇਸ਼ਰ, ਜਿਵੇਂ ਅੱਜ ਅਸੀਂ ਤੁਹਾਡੇ ਵਚਨਾਂ 'ਚੋਂ ਸੁਣੀਏ, ਇਹਨੂੰ ਪੜ੍ਹੀਏ। ਇਹ ਵਚਨ ਜੋ ਕਿ ਜੀਵਿਤ ਨੇ, ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ 100 ਗੁਣਾ ਫਲਾਂ ਨੂੰ ਲੈ ਕੇ ਆਉਣੇ। ਹਰੇਕ ਦੇ ਦਿਲ ਦੀ ਜ਼ਮੀਨ 'ਤੇ ਜਦੋਂ ਗਿਰਨ, ਇਹ 100 ਗੁਣਾ ਫਲਾਂ ਨੂੰ ਲੈ ਕੇ ਆਉਣ। ਕੋਈ ਅੰਧਕਾਰ ਦੀ ਸ਼ਕਤੀ ਇਹਨਾਂ ਦੇ ਫਰੂਟ ਨੂੰ ਚੋਰੀ ਨਾ ਕਰ ਸਕੇ। ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ, ਆਮੀਨ ਆਮੀਨ ਹਾਲੇਲੂਇਆ। ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਇੱਕ ਵਿਸ਼ਾ ਸ਼ੇਅਰ ਕਰਨ ਵਾਲਾ ਹਾਂ। ਬਹੁਤ ਸਾਰੇ ਲੋਕਾਂ ਦਾ ਇੱਕ ਕੁਐਸਚਨ ਹੁੰਦਾ ਕਿ ਯਿਸੂ ਮਸੀਹ ਜੇ ਉਹ ਪਰਮੇਸ਼ਵਰ ਹੈ, ਜੇ ਉਹਨੇ ਸਭ ਕੁਝ ਨੂੰ ਬਣਾਇਆ, ਜੇ ਉਹ ਸਭ ਕੁਝ ਨੂੰ ਆਪਣੇ ਮੂੰਹ ਦੇ ਵਚਨਾਂ ਨਾਲ ਬਣਾਉਣ ਦੀ ਤਾਕਤ ਰੱਖਦਾ, ਤਾਂ ਯਿਸੂ ਮਸੀਹ ਨੂੰ ਸਾਡੇ ਗੁਨਾਹਾਂ ਲਈ ਮਰਨ ਦੀ ਕਿਉਂ ਲੋੜ ਪੈ ਗਈ? ਕਿਉਂ ਯਿਸੂ ਮਸੀਹ ਸਾਡੇ ਗੁਨਾਹਾਂ ਲਈ ਮਰੇ? ਕਿਉਂ ਉਹਨਾਂ ਨੇ ਸਲੀਬ ਦੇ ਉੱਤੇ ਆਪਣੀ ਜਾਨ ਦਿੱਤੀ? ਕੀ ਉਹ ਆਪਣੇ ਮੂੰਹ 'ਚੋਂ ਕਹਿ ਕੇ ਹੀ ਸਾਡੇ ਗੁਨਾਹ ਮਾਫ ਨਹੀਂ ਕਰ ਸਕਦੇ ਸੀ? ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਮੂੰਹ ਦੇ ਵਚਨ ਨਾਲ ਬਣਾਇਆ, ਕੀ ਉਹ ਐਡਾ ਵੱਡਾ ਪਰਮੇਸ਼ਵਰ ਸਾਡੇ ਗੁਨਾਹਾਂ ਨੂੰ ਸਿਰਫ ਆਪਣੇ ਮੂੰਹ ਤੋਂ ਕਹਿ ਕੇ, ਵਰਡਸ ਨੂੰ ਕਹਿ ਕੇ ਹੀ ਉਹਨਾਂ ਨੂੰ ਮਾਫ ਨਹੀਂ ਕਰ ਸਕਦੇ ਸੀ? ਕਿਉਂ ਯਿਸੂ ਮਸੀਹ ਨੂੰ ਆਪਣੀ ਜਾਨ ਦੇਣੀ ਪਈ? ਦੂਸਰਾ ਕੁਐਸਚਨ ਇਹ ਹੁੰਦਾ ਕਿ ਜੇ ਯਿਸੂ ਮਸੀਹ ਨੂੰ ਜਾਨ ਦੇਣੀ ਹੀ ਸੀ ਤਾਂ ਇੰਨੀ ਦਰਦਨਾਕ ਮੌਤ ਯਿਸੂ ਮਸੀਹ ਨੇ ਕਿਉਂ ਲਈ? ਕਿਉਂ ਉਸ ਸਲੀਬ ਦੇ ਉੱਤੇ ਯਿਸੂ ਮਸੀਹ ਨੇ ਆਪਣੀ ਜਾਨ ਨੂੰ ਦਿੱਤਾ? ਯਿਸੂ ਮਸੀਹ ਇੱਕ ਸਾਇਲੈਂਟ ਮੌਤ ਵੀ ਮਰ ਸਕਦੇ ਸੀ, ਜਿਹਦੇ ਨਾਲ ਉਹਨਾਂ ਨੂੰ ਤਕਲੀਫ ਜਾਂ ਦਰਦ ਨਾ ਹੁੰਦਾ, ਇੰਨੀ ਜ਼ਿਆਦਾ ਪੀੜਾ ਨਾ ਹੁੰਦੀ। ਇਹਦੇ ਪਿੱਛੇ ਕੀ ਵਜ੍ਹਾ ਸੀ? ਅੱਜ ਮੈਂ ਤੁਹਾਨੂੰ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੱਸਾਂਗਾ ਕਿ ਕਿਉਂ ਇਹ ਜ਼ਰੂਰੀ ਸੀ ਕਿ ਯਿਸੂ ਮਸੀਹ ਸਾਡੇ ਪਾਪੀ ਲੋਕਾਂ ਵਾਸਤੇ ਇਸ ਧਰਤੀ ਦੇ ਉੱਤੇ ਆਉਣ, ਆਪਣੇ ਲਹੂ ਨੂੰ ਬਹਾਉਣ, ਉਹ ਉਹਨਾਂ ਕੋੜਿਆਂ ਨੂੰ ਖਾ ਕੇ ਆਪਣੇ ਸਰੀਰ ਦੇ ਉੱਤੇ ਸਾਨੂੰ ਬਿਮਾਰੀਆਂ ਤੋਂ ਛੁਡਾਉਣ। ਹਾਲੇਲੂਇਆ। ਅੱਜ ਮੈਂ ਤੁਹਾਨੂੰ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਇਹਨਾਂ ਕੁਐਸਚਨਸ ਦੇ ਆਨਸਰ ਨੂੰ ਦੱਸਾਂਗਾ, ਕਿਉਂਕਿ ਬਹੁਤ ਵਾਰ ਇਹ ਕੁਐਸਚਨ ਕਈ ਵਾਰ ਮਸੀਹ ਵਿਸ਼ਵਾਸੀਆਂ ਦੇ ਵੀ ਹੁੰਦੇ ਨੇ, ਕਈ ਵਾਰ ਗੈਰ ਵਿਸ਼ਵਾਸੀ ਇਹਨਾਂ ਕੁਐਸਚਨਸ ਨੂੰ ਰਿਲੀਜ਼ ਕਰਦੇ ਨੇ, ਪੁੱਛਦੇ ਨੇ। ਇਹਨਾਂ ਚੀਜ਼ਾਂ ਨੂੰ ਉਹ ਸਾਡੇ ਸਾਹਮਣੇ ਲੈ ਕੇ ਆਉਂਦੇ ਕਿ ਇਸ ਤਰ੍ਹਾਂ ਕਿਉਂ ਯਿਸੂ ਮਸੀਹ ਨੂੰ ਸਲੀਬ ਦੀ ਮੌਤ ਲੈਣੀ ਪਈ? ਉਹ ਜਦੋਂ ਪਰਮੇਸ਼ਵਰ ਨੇ, ਤਾਂ ਕੀ ਉਹਨਾਂ ਦਾ ਸਿਰਫ ਮੂੰਹ ਤੋਂ ਕਹਿਣਾ ਕਾਫੀ ਨਹੀਂ ਸੀ?
क्योंकि उत्पत्ति किताब जे मैं पढ़ा ਉਹਦੇ ਪਹਿਲੇ ਅਧਿਆਇ ਤੋਂ ਜਿੱਥੋਂ ਬਾਈਬਲ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਹੀ ਯੀਸ਼ੂ ਮਸੀਹ ਦੀ ਯਹੋਵਾ ਪਰਮੇਸ਼ਰ ਦੀ ਇੱਕ ਬਹੁਤ ਵੱਡੀ ਤਾਕਤ ਨੂੰ ਪਾਵਰ ਨੂੰ ਦੱਸਿਆ ਗਿਆ। ਇੱਥੇ ਲਿਖਿਆ ਹੈ ਕਿ ਆਦ ਵਿੱਚ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਉਸ ਸਮੇਂ ਧਰਤੀ ਬਿਨਾਂ ਕਿਸੇ ਰੂਪ ਦੇ ਅਤੇ ਸੁੰਨੀ ਸੀ। ਡੂੰਘੇ ਸਮੁੰਦਰ ਦੀ ਸਤ੍ਹਾ ਉੱਤੇ ਹਨੇਰਾ ਸੀ। ਪਰਮੇਸ਼ਰ ਦਾ ਆਤਮਾ ਪਾਣੀਆਂ ਉੱਤੇ ਮੰਡਲਾ ਰਿਹਾ ਸੀ। ਪਰਮੇਸ਼ਰ ਨੇ ਕਿਹਾ ਕਿ ਚਾਨਣ ਹੋਵੇ ਤੇ ਇਹ हो गया। परमेश्वर ਨੂੰ ਇਹ ਚੰਗਾ ਲੱਗਾ। ਉਸਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰ ਦਿੱਤਾ। ਪਰਮੇਸ਼ਰ ਨੇ ਚਾਨਣ ਨੂੰ ਦਿਨ ਕਿਹਾ, ਹਨੇਰੇ ਨੂੰ ਰਾਤ। ਤਦ ਸਾਂਝ ਹੋਈ ਤੇ ਸਵੇਰ ਹੋਈ। ਪਹਿਲਾ ਦਿਨ ਬੀਤ ਗਿਆ। ਇਸੇ ਤਰ੍ਹਾਂ 6 ਦਿਨ 'ਚ ਪਰਮੇਸ਼ਰ ਨੇ ਕੰਮ ਕੀਤਾ। ਮੈਂ ਤੁਹਾਨੂੰ ਇਸ ਵਚਨ ਨੂੰ ਪੜ੍ਹਾਇਆ ਤੇ ਪੜ੍ਹਾਉਣ ਦਾ ਮਤਲਬ ਇਹ ਹੈ ਕਿ ਜਦੋਂ ਪਰਮੇਸ਼ਰ ਨੇ ਮੂੰਹ ਤੋਂ ਸਿਰਫ ਬੋਲਣ ਨਾਲ ਉਹਨੇ ਕਿਹਾ ਕਿ ਪਾਣੀ ਧਰਤੀ ਤੋਂ ਵੱਖ ਹੋ ਜਾਵੇ, ਉਹਨੇ ਹਨੇਰੇ ਨੂੰ ਚਾਨਣ ਤੋਂ ਵੱਖ ਕਰ ਦਿੱਤਾ। ਇਹ ਸਭ ਵਚਨ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਕਿਸ ਤਰ੍ਹਾਂ ਪਰਮੇਸ਼ਵਰ ਦੇ ਬੋਲਣ ਦੇ ਨਾਲ ਚੀਜ਼ਾਂ ਬਣਦੀਆਂ ਗਈਆਂ। ਹਾਲੇਲੂਇਆ। ਹੁਣ ਬਾਈਬਲ ਇਹ ਦੱਸਦੀ ਹੈ ਕਿ ਯੀਸ਼ੂ ਮਸੀਹ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ। ਸ੍ਰਿਸ਼ਟੀ ਦੀ ਰਚਨਾ ਕਰਨ ਦੇ ਵਿੱਚ ਯੀਸ਼ੂ ਮਸੀਹ ਹੀ ਹੈ ਜਿਹਨੇ ਉਹ ਸਾਰਾ ਕੁਝ ਕੀਤਾ। ਫਿਰ ਕਿਉਂ ਯੀਸ਼ੂ ਮਸੀਹ ਨੂੰ ਮੂੰਹ ਤੋਂ ਕਹਿ ਕੇ ਪਾਪ ਮਾਫ ਕਰਨ ਦਾ ਅਧਿਕਾਰ ਕਿਉਂ ਨਹੀਂ ਸੀ? ਸਿਰਫ ਉਹਨੇ ਮੂੰਹ ਤੋਂ ਬੋਲਿਆ ਤੇ ਪਾਪ ਮਾਫ ਕਿਉਂ ਨਹੀਂ ਹੋ ਗਏ? ਜਦਕਿ ਬਾਈਬਲ ਦੱਸਦੀ ਹੈ ਕਿ ਜਦੋਂ ਯੀਸ਼ੂ ਮਸੀਹ ਇਸ ਧਰਤੀ ਦੇ ਉੱਤੇ ਸੀ ਉਹ ਮੂੰਹ ਤੋਂ ਕਹਿ ਕੇ ਲੋਕਾਂ ਦੇ ਪਾਪ ਮਾਫ ਕਰਦੇ ਸੀ। ਹੁਣ ਕੁਐਸਚਨ ਇਹ ਹੈ ਕਿ ਯੀਸ਼ੂ ਮਸੀਹ ਨੂੰ ਜਨਮ ਹੀ ਕਿਉਂ ਲੈਣਾ ਪਿਆ ਕਿ ਯੀਸ਼ੂ ਮਸੀਹ ਨੂੰ ਸਲੀਬ ਦੀ ਮੌਤ ਦਿੱਤੀ ਜਾਵੇ? ਜੇ ਉਹ ਪਰਮੇਸ਼ਰ ਹੈ ਤਾਂ ਉਹ ਮੂੰਹ ਤੋਂ ਕਹਿ ਕੇ ਹੀ ਪਹਿਲਾਂ ਹੀ ਸਾਰਾ ਕੁਝ ਕਿਉਂ ਨਹੀਂ ਫਿਕਸ ਕਰ ਦਿੰਦਾ ਸੀ? ਹਾਲੇਲੂਇਆ। ਮੈਂ ਤੁਹਾਡੇ ਲਈ ਇੱਕ ਅਧਿਆਇ ਨੂੰ ਪੜ੍ਹਾਂਗਾ ਜੋ ਸਾਨੂੰ ਮਿਲਦਾ ਗਿਣਤੀ ਦੀ ਕਿਤਾਬ। ਇੱਥੇ ਲਿਖਿਆ ਪਰਮੇਸ਼ਰ ਆਦਮੀ ਦੀ ਤਰ੍ਹਾਂ ਝੂਠ ਨਹੀਂ ਬੋਲਦਾ। ਉਹ ਮਨੁੱਖਾਂ ਵਾਂਗ ਕਹਿ ਕੇ ਪਿਛਾਂਹ ਨਹੀਂ ਮੁੜਦਾ। ਉਹ ਜੋ ਕਹਿੰਦਾ ਹੈ ਕਰਦਾ ਵੀ ਹੈ। ਉਹ ਆਖਦਾ ਹੈ ਅਤੇ ਪੂਰਾ ਕਰਦਾ ਹੈ। ਹਾਲੇਲੂਇਆ। ਇੱਥੇ ਇੱਕ ਸਟੇਟਮੈਂਟ ਦਿੱਤੀ ਗਈ ਗਿਣਤੀ ਦੀ ਕਿਤਾਬ ਦੇ ਵਿੱਚ ਕਿ ਪਰਮੇਸ਼ਰ ਜੋ ਹੈ ਉਹ ਆਦਮੀ ਨਹੀਂ ਕਿ ਝੂਠ ਬੋਲੇ ਜਾਂ ਉਹ ਕਹਿ ਦੇਵੇ ਤੇ ਮੁੱਕਰ ਜਾਵੇ। ਹੁਣ ਇਹ ਵਚਨ ਦਾ ਪੜ੍ਹਾਉਣ ਦਾ ਮੇਰਾ ਤੁਹਾਡੇ ਮਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਆਉਣ ਦੇ ਪਿੱਛੇ ਕੀ ਮਕਸਦ ਹੈ? ਪਰਮੇਸ਼ਵਰ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ, ਬਾਈਬਲ ਦੱਸਦੀ ਹੈ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਮਨੁੱਖ ਨੂੰ ਬਣਾਉਣ ਤੋਂ ਪਹਿਲਾਂ ਵੀ ਰਿਪੈਂਟੈਂਸ ਬਣਾਈ ਸੀ। ਪਰਮੇਸ਼ਰ ਚਾਹੁੰਦਾ ਸੀ ਕਿ ਮਨੁੱਖ ਰਿਪੈਂਟ ਕਰੇ। ਆਦਮ ਜਾਣਦਾ ਸੀ ਕਿ ਪਛਤਾਤਾਪ ਬਣਾਇਆ ਗਿਆ। ਪਾਪ ਕਰਦੇ ਸਾਰ ਮੈਂ ਪਛਤਾਤਾਪ ਕਰ ਲਵਾਂ ਤਾਂ ਕਿ ਇਹਨਾਂ ਚੀਜ਼ਾਂ ਦੀ ਹੋਣ ਦੀ ਨੌਬਤ ਨਾ ਆਵੇ। ਪਰਮੇਸ਼ਵਰ ਨੇ ਉਹਨੂੰ ਪਹਿਲਾਂ ਹੀ ਦੱਸਿਆ ਸੀ ਪਰ ਉਹਨੇ ਉਹ ਨਹੀਂ ਕੀਤਾ। ਉਹਨੇ ਪਛਤਾਤਾਪ ਨਹੀਂ ਕੀਤਾ। ਉੱਥੋਂ ਪਾਪ ਦੀ ਸ਼ੁਰੂਆਤ ਹੋਈ। ਜਦੋਂ ਪਾਪ ਦੀ ਸ਼ੁਰੂਆਤ ਹੋਈ ਫਿਰ ਯੀਸ਼ੂ ਮਸੀਹ ਨੂੰ ਇਸ ਧਰਤੀ ਤੇ ਹੀ ਆਉਣਾ ਜ਼ਰੂਰੀ ਸੀ। ਫਿਰ ਉਹ ਆਪਣੇ ਮੂੰਹ ਤੋਂ ਕਹਿ ਕੇ ਪਾਪਾਂ ਨੂੰ ਮਾਫ ਨਹੀਂ ਕਰ ਸਕਦਾ ਸੀ, ਕਿਉਂਕਿ ਮੈਂ ਤੁਹਾਨੂੰ ਪੜ੍ਹਾਇਆ ਕਿ ਉਹ ਪਰਮੇਸ਼ਵਰ ਆ। ਉਹ ਮਨੁੱਖ ਨਹੀਂ ਕਿ ਉਹ ਵਾਅਦਾ ਕਰੇ ਮੁੱਕਰ ਜਾਵੇ, ਰੂਲ ਬਣਾਵੇ ਤੇ ਤੋੜ ਦੇਵੇ। ਕਿਹੜੇ ਰੂਲ, ਕਿਹੜੇ ਵਾਅਦੇ? ਅਸੀਂ ਦੇਖਾਂਗੇ ਲੇਵੀਆਂ ਦੀ ਕਿਤਾਬ 4 ਅਧਿਆਏ ਉਹਦਾ 1 ਆਇਤ ਤੋਂ ਲਿਖਿਆ, ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਤੂੰ ਇਜ਼ਰਾਈਲੀ ਲੋਕਾਂ ਨੂੰ ਇਹ ਵੀ ਦੱਸ ਕਿ ਜੇਕਰ ਉਹਨਾਂ ਵਿੱਚੋਂ ਕੋਈ ਅਣਜਾਣੇ ਵਿੱਚ ਪਾਪ ਕਰ ਬੈਠੇ ਤੇ ਪ੍ਰਭੂ ਦੀ ਕਿਸੇ ਆਗਿਆ ਨੂੰ ਤੋੜ ਕੇ ਅਪਰਾਧੀ ਠਹਿਰੇ ਤਾਂ ਉਹ ਆਪਣੇ ਉਸ ਅਪਰਾਧ ਦੇ ਬਦਲੇ ਇਹ ਬਲੀ ਚੜਾਵੇ। ਜੇਕਰ ਪਾਪ ਕਰਨ ਵਾਲਾ ਅਭਿਸ਼ਿਕਤ ਪੁਰੋਹਿਤ ਹੋਵੇ, ਲੋਕਾਂ ਵਿੱਚ ਅਪਰਾਧ ਫੈਲਿਆ ਹੈ ਤਾਂ ਉਹ ਆਪਣੇ ਪਾਪ ਦੇ ਬਦਲੇ ਪ੍ਰਭੂ ਦੇ ਸਾਹਮਣੇ ਬੱਜ ਰਹਿਤ ਜਵਾਨ ਬਲਦ ਦੀ ਬਲੀ ਚੜਾਵੇ। ਉਹ ਬਲਦ ਨੂੰ ਸੰਗਤ ਦੇ ਤੰਬੂ ਦੇ ਬੂਹੇ ਅੱਗੇ ਲਿਆ ਕੇ ਉਸ ਦੇ ਸਿਰ ਉੱਤੇ ਆਪਣਾ ਹੱਥ ਰੱਖੇ ਅਤੇ ਉਸ ਨੂੰ ਪ੍ਰਭੂ ਦੇ ਸਾਹਮਣੇ ਕੱਟੇ। ਹਾਲੇਲੂਇਆ। ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਪ੍ਰਭੂ ਨੇ ਮੂਸਾ ਨੂੰ ਕਿਹਾ ਸੀ ਕਿ ਜਦੋਂ ਪਾਪ ਹੋਏਗਾ ਉਹਨੂੰ ਮਾਫੀ ਲਈ ਬਲੀਦਾਨ ਦੇਣਾ ਪਏਗਾ। ਹਾਲੇਲੂਇਆ। ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਇਹਦੇ ਗਹਿਰੇ ਭੇਦ ਨੂੰ ਦੱਸਾਂਗਾ।
ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਲੇਵੀਆਂ ਦੇ ਕਿਤਾਬ ਦੇ ਵਿੱਚ ਪਰਮੇਸ਼ਰ ਨੇ ਮੂਸਾ ਨੂੰ ਕਿਹਾ ਕਿ ਜਦੋਂ ਕੋਈ ਵੀ ਲੋਕ, ਕੋਈ ਵੀ ਜਨ ਪਾਪ ਕਰੇ, ਪਾਪ ਕਰਨ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਉਹ ਬਲੀਦਾਨ ਦੇਵੇ, ਉਹ ਲਹੂ ਬਹਾਵੇ। ਇਹ ਇੱਕ ਤਰ੍ਹਾਂ ਦਾ ਲਾਅ, ਇੱਕ ਵਿਵਸਥਾ ਪਰਮੇਸ਼ਰ ਨੇ ਦਿੱਤੀ ਸੀ ਮੂਸਾ ਨੂੰ, ਕਿਉਂਕਿ ਇਸੇ ਲਈ ਬਾਈਬਲ ਕਹਿੰਦੀ ਬਿਨਾਂ ਲਹੂ ਬਹਾਏ ਪਾਪਾਂ ਦੀ ਮਾਫੀ ਨਹੀਂ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਬਹੁਤ ਵਾਰ ਲੋਕ ਆਪਣੇ ਪਾਪਾਂ ਨੂੰ ਮਾਫ ਕਰਾਉਣ ਵਾਸਤੇ ਬਲੀਦਾਨ ਦਿੰਦੇ ਸੀ। ਉਹ ਬਲੀਦਾਨ ਦੇ ਕੇ ਜਿਹੜਾ ਯਾਚਕ ਹੁੰਦਾ ਸੀ ਉਹਨਾਂ ਦੇ ਪਾਪਾਂ ਤੋਂ ਉਹਨਾਂ ਨੂੰ ਮਾਫੀ ਦਿਲਾਉਂਦਾ ਸੀ। ਇਹ ਪਾਪਾਂ ਤੋਂ ਮਾਫ ਕਰਾਉਣ ਲਈ ਲਹੂ ਬਹਾਉਣ ਦੀ ਵਿਧੀ, ਇਹ ਵਿਵਸਥਾ ਉਦੋਂ ਸ਼ੁਰੂ ਹੋਈ ਜਦੋਂ ਪਰਮੇਸ਼ਵਰ ਦੇ ਬਣਾਏ ਹੋਏ ਉਸ ਪਛਤਾਤਾਪ ਨੂੰ ਆਦਮ ਨੇ ਭੁਲਾ ਦਿੱਤਾ। ਆਦਮ ਨੇ ਉਹਨੂੰ ਨਹੀਂ ਲਿਆ, ਇਸ ਕਰਕੇ ਪਰਮੇਸ਼ਵਰ ਨੇ ਇਹ ਵਿਵਸਥਾ, ਇਹ ਲਾਅ ਠਹਿਰਾਇਆ। ਹੁਣ ਜਦੋਂ ਪਰਮੇਸ਼ਵਰ ਨੇ ਲਾਅ ਠਹਿਰਾ ਦਿੱਤਾ, ਅਦਨ ਦੀ ਵਾਟਿਕਾ ਦੇ ਵਿੱਚ ਜਦੋਂ ਚੀਜ਼ਾਂ ਚੇਂਜ ਹੋ ਗਈਆਂ, ਫਿਰ ਪਰਮੇਸ਼ਵਰ ਇਹ ਨਹੀਂ ਕਹਿ ਸਕਦਾ ਸੀ ਕਿ ਇਹ ਲਾਅ ਤੁਹਾਡੇ ਲਈ ਹੋਰ ਹੈ ਤੇ ਇਹ ਲਾਅ ਮੇਰੇ ਲਈ ਹੋਰ ਹੈ। ਜੋ ਲਾਅ ਪਰਮੇਸ਼ਵਰ ਨੇ ਬਣਾ ਦਿੱਤਾ, ਉਹ ਲਾਅ ਪਰਮੇਸ਼ਵਰ ਪੂਰਾ ਕਰਕੇ ਹੀ ਰਹੇਗਾ। ਉਹਨੂੰ ਉਸ ਤੋਂ ਪਿੱਛੇ ਉਹ ਨਹੀਂ ਹਟ ਸਕਦਾ। ਬਾਈਬਲ ਕਹਿੰਦੀ ਪਰਮੇਸ਼ਰ ਨੇ ਕਿਹਾ ਜਿਹੜਾ ਫੈਂਸ ਨੂੰ ਤੋੜੇਗਾ ਸੱਪ ਨੂੰ ਡਸੇਗਾ। ਜੇ ਪਰਮੇਸ਼ਰ ਦੂਜਿਆਂ ਨੂੰ ਇਹ ਗੱਲ ਸਿਖਾ ਸਕਦਾ, ਦੱਸ ਸਕਦਾ, ਤਾਂ ਉਹ ਆਪ ਆਪਣੇ ਲਾਅ ਤੋਂ ਕਦੇ ਵੀ ਬਾਹਰ ਨਹੀਂ ਜਾਂਦਾ। ਇਸ ਲਈ ਪਰਮੇਸ਼ਰ ਨੇ ਦੇਖਿਆ ਜਦੋਂ ਸੰਸਾਰ 'ਚ ਇੰਨਾ ਜ਼ਿਆਦਾ ਪਾਪ ਵੱਧ ਗਿਆ ਕਿ ਬਾਈਬਲ ਕਹਿੰਦੀ ਹੈ ਬੈਲਾਂ, ਬਛੜਿਆਂ ਦਾ, ਜਾਨਵਰਾਂ ਦਾ ਲਹੂ ਹੁਣ ਸਾਡੇ ਪਾਪਾਂ ਤੋਂ ਮਾਫੀ ਨਹੀਂ ਦਵਾ ਸਕਦਾ। ਇਸ ਕਰਕੇ ਉਹਨੂੰ ਆਪਣਾ ਇਕਲੌਤਾ ਪੁੱਤਰ ਭੇਜਣਾ ਪਿਆ ਤਾਂ ਕਿ ਉਹਦੇ ਲਹੂ ਬਹਾਉਣ ਦੇ ਨਾਲ ਅਸੀਂ ਆਪਣੇ ਪਾਪਾਂ ਤੋਂ ਛੁੱਟ ਜਾਈਏ। ਇਹ ਵਿਵਸਥਾ ਸੀ, ਇਹ ਲਾਅ ਸੀ। ਲਾਅ ਦੇ ਅਧੀਨ ਯਿਸੂ ਮਸੀਹ ਨੂੰ ਜਨਮ ਲੈਣਾ ਪਿਆ ਤਾਂ ਕਿ ਅਸੀਂ ਆਪਣੇ ਪਾਪਾਂ ਤੋਂ ਛੁੱਟ ਜਾਈਏ। ਹੁਣ ਇਹ ਤਾਂ ਮੈਂ ਤੁਹਾਨੂੰ ਦੱਸਿਆ ਕਿ ਕਿਉਂ ਪਰਮੇਸ਼ਰ ਨੇ ਸਿਰਫ ਮੂੰਹ ਤੋਂ ਕਹਿ ਕੇ ਪਾਪ ਮਾਫ ਨਹੀਂ ਕਰ ਦਿੱਤੇ, ਕਿਉਂ ਉਹਨੇ ਸਭ ਚੀਜ਼ਾਂ ਨੂੰ ਫਿਰ ਤੋਂ ਨਵੇਂ ਸਿਰੇ ਤੋਂ ਨਹੀਂ ਬਣਾ ਦਿੱਤਾ। ਉਹ ਕਹਿੰਦਾ ਮੈਂ ਪਰਮੇਸ਼ਵਰ ਹਾਂ, ਮੈਂ ਇਨਸਾਨ ਨਹੀਂ, ਮੇਰੇ ਜਿਹੜੇ ਤਰੀਕੇ ਨੇ ਉਹ ਇਨਸਾਨਾਂ ਵਾਲੇ ਨਹੀਂ। ਹੁਣ ਬਹੁਤ ਸਾਰੇ ਲੋਕਾਂ ਦਾ ਇਹ ਕੁਐਸਚਨ ਹੁੰਦਾ ਕਿ ਜੇ ਯਿਸੂ ਮਸੀਹ ਨੇ ਮਰਨਾ ਹੀ ਸੀ ਤਾਂ ਕਿਉਂ ਸਲੀਬੀ ਮੌਤ? ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅੱਜ ਵੀ ਜਦੋਂ ਕਿਸੇ ਨੂੰ ਮਾਰਿਆ ਜਾਂਦਾ, ਹੁਣ ਗੱਲ ਤਾਂ ਸਿਰਫ ਇਹ ਹੈ ਕਿ ਉਹਨੂੰ ਜਾਨ ਤੋਂ ਮਾਰਨਾ। ਉਹਦੇ ਵਿੱਚ ਜਿਹੜੇ ਉਹਦੇ ਤਰੀਕੇ ਨੇ ਉਹ ਫਰਕ ਹੁੰਦੇ ਨੇ। ਕੁਝ ਦੇਸ਼ਾਂ ਵਿੱਚ ਕਿਸੇ ਨੂੰ ਫਾਂਸੀ ਲਗਾ ਕੇ ਮਾਰ ਦਿੱਤਾ ਜਾਂਦਾ, ਕੁਝ ਦੇਸ਼ਾਂ ਦੇ ਵਿੱਚ ਕਿਸੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ, ਕੁਝ ਦੇਸ਼ਾਂ ਦੇ ਵਿੱਚ ਕਿਸੇ ਨੂੰ ਗਲਾ ਵੱਢ ਕੇ ਮਾਰ ਦਿੱਤਾ ਜਾਂਦਾ, ਕੁਝ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਤਰੀਕਿਆਂ ਦੇ ਨਾਲ ਲੋਕਾਂ ਨੂੰ ਮਾਰ ਦਿੱਤਾ ਜਾਂਦਾ। ਸਾਇਲੈਂਟ ਉਹਨਾਂ ਨੂੰ ਇੰਜੈਕਸ਼ਨ ਦੇ ਕੇ ਮਾਰ ਦਿੱਤਾ ਜਾਂਦਾ। ਉਹਦੀ ਵਜ੍ਹਾ ਕੀ ਹੁੰਦੀ ਹੈ ਕਿ ਹੁਣ ਇਹਨੂੰ ਜੀਣ ਦਾ ਅਧਿਕਾਰ ਨਹੀਂ, ਇਹਨੂੰ ਮਾਰ ਦਿਓ, ਦੈਟਸ ਇਟ। ਹੁਣ ਸਾਨੂੰ ਇਹ ਸਮਝਣਾ ਪਏਗਾ ਕਿ ਯਿਸੂ ਮਸੀਹ ਨੂੰ ਧਰਤੀ ਤੇ ਆ ਕੇ ਸਿਰਫ ਮਰਨ ਵਾਸਤੇ ਨਹੀਂ ਬੁਲਾਇਆ ਗਿਆ ਸੀ। ਬਾਈਬਲ ਕਹਿੰਦੀ, ਜਿਵੇਂ ਮੈਂ ਤੁਹਾਨੂੰ ਪੜ੍ਹਾਇਆ ਲੇਵੀਆਂ ਦੀ ਕਿਤਾਬ ਦੇ ਵਿੱਚ, ਕਿ ਪਰਮੇਸ਼ਰ ਨੇ ਕਿਹਾ ਕਿ ਜਦੋਂ ਕਿਸੇ ਦੇ ਪਾਪ ਮਾਫ ਕਰਵਾਣੇ ਹੋਣ ਤਾਂ ਯਾਚਕ ਉਸ ਬੈਲ ਨੂੰ, ਉਸ ਬਛੜੇ ਨੂੰ ਉਹਦੇ ਉੱਤੇ ਪਾਪਾਂ ਨੂੰ ਟ੍ਰਾਂਸਫਰ ਕਰੇਗਾ ਤੇ ਉਹਦਾ ਬਲੀਦਾਨ ਕਰੇਗਾ, ਉਹਦਾ ਲਹੂ ਬਹਾਏਗਾ। ਤੇ ਉਹਦਾ ਲਹੂ ਲੈ ਕੇ ਅੱਗੋਂ ਪੜੋਗੇ ਤਾਂ ਲਿਖਿਆ ਹੋਇਆ ਕਿ ਕਿਸ ਤਰ੍ਹਾਂ ਉਹ ਛਿੜਕਾਓ ਕਰੇਗਾ ਉਸ ਲਹੂ ਦਾ। ਇਸ ਲਈ ਬਾਈਬਲ ਕਹਿੰਦੀ ਕਿ ਯਿਸੂ ਮਸੀਹ ਨੂੰ ਆਪਣਾ ਲਹੂ ਬਹਾਉਣਾ ਜ਼ਰੂਰੀ ਸੀ। ਹੁਣ ਜੇ ਲਹੂ ਬਹਾਉਣਾ ਜ਼ਰੂਰੀ ਸੀ ਤਾਂ ਫਿਰ ਕਿਉਂ ਸਲੀਬ ਦੀ ਮੌਤ ਹੀ ਕਿਉਂ ਸਲੀਬ ਉੱਤੇ ਦਰਦਨਾਕ ਮੌਤ? ਮੈਂ ਤੁਹਾਡੇ ਲਈ ਪੜਾਂਗਾ ਗਲਾਤੀਆਂ ਦੀ ਕਿਤਾਬ 3 ਅਧਿਆਏ ਤੇ ਉਹਦੀ 13 ਆਇਤ ਤੇ 14 ਆਇਤ। ਇੱਥੇ ਲਿਖਿਆ, ਪਰ ਮਸੀਹ ਨੇ ਸਾਨੂੰ ਵਿਵਸਥਾ ਦੇ ਸ਼ਰਾਪ ਤੋਂ ਮੁਕਤ ਕਰ ਦਿੱਤਾ ਹੈ। ਉਸ ਨੇ ਸਾਡਾ ਉਹ ਸ਼ਰਾਪ ਆਪਣੇ ਉੱਤੇ ਲੈ ਲਿਆ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ ਸਲੀਬ ਤੇ ਚੜਾਇਆ ਜਾਣ ਵਾਲਾ ਹਰ ਕੋਈ ਸ਼ਰਾਪੀ ਠਹਿਰਦਾ ਹੈ। ਉਸ ਨੇ ਇਹ ਸਭ ਇਸ ਤਰ੍ਹਾਂ ਕੀਤਾ ਕਿ ਅਬਰਾਹਮ ਵਾਲੀ ਆਸੀਸ ਯਿਸੂ ਦੇ ਦੁਆਰਾ ਹੋਰਨਾਂ ਕੌਮਾਂ ਨੂੰ ਵੀ ਮਿਲੇ ਅਤੇ ਅਸੀਂ ਵਿਸ਼ਵਾਸ ਦੇ ਦੁਆਰਾ ਪ੍ਰਤਿੱਗਿਆ ਕੀਤੀ ਹੋਈ ਪਵਿੱਤਰ ਆਤਮਾ ਦਾ ਦਾਨ ਪ੍ਰਾਪਤ ਕਰੀਏ। ਹਾਲੇਲੂਇਆ। ਮੇਰੇ ਪਿਆਰਿਓ, ਪਰਮੇਸ਼ਵਰ ਨੇ ਯਿਸੂ ਮਸੀਹ ਨੂੰ ਸਲੀਬ ਦੀ ਮੌਤ ਇਸ ਲਈ ਦਿੱਤੀ ਕਿਉਂਕਿ ਬਾਈਬਲ ਦੱਸਦੀ ਹੈ ਵਿਵਸਥਾ ਇਹ ਬਣਾਈ ਗਈ ਸੀ, ਲਾਅ ਇਹ ਬਣਾਇਆ ਗਿਆ ਸੀ ਕਿ ਜਿਹੜਾ ਵੀ ਬੰਦਾ ਸ਼ਰਾਪਿਤ ਹੋਏਗਾ, ਜਿਹਦੇ ਤੇ ਸ਼ਰਾਪ ਹੋਣਗੇ, ਜਿਹਦੇ ਤੇ ਕਰਸ ਹੋਣਗੇ, ਕਰਸ ਕਿਹੜੇ? ਦੂਜਿਆਂ ਦੇ ਪਾਪਾਂ ਨੂੰ ਟ੍ਰਾਂਸਫਰ ਕੀਤੇ ਗਏ ਕਰਸ ਜਿਹੜੇ ਹੋਣਗੇ, ਉਹ ਜਿਸ ਬੰਦੇ ਤੇ ਹੋਣਗੇ ਉਹਨੂੰ ਸਲੀਬ ਦੀ ਮੌਤ ਦਿੱਤੀ ਜਾਏਗੀ। ਉਹਨੂੰ ਗਲਾ ਕੱਟ ਕੇ ਨਹੀਂ ਮਾਰਿਆ ਜਾਏਗਾ, ਉਹਦੀਆਂ ਹੱਡੀਆਂ ਤੋੜ ਕੇ ਨਹੀਂ ਮਾਰਿਆ ਜਾਏਗਾ, ਉਹਨੂੰ ਗੋਲੀ ਮਾਰ ਕੇ ਨਹੀਂ ਮਾਰਿਆ ਜਾਏਗਾ, ਉਹਨੂੰ ਫਾਂਸੀ ਦੇ ਕੇ ਨਹੀਂ ਮਾਰਿਆ ਜਾਏਗਾ, ਉਹਨੂੰ ਸਲੀਬ ਦੀ ਹੀ ਮੌਤ ਦਿੱਤੀ ਜਾਏਗੀ। ਇਹ ਇੱਕ ਨਿਸ਼ਾਨੀ ਹੁੰਦੀ ਸੀ ਕਿ ਇਸ ਬੰਦੇ ਦੇ ਉੱਤੇ ਸ਼ਰਾਪ ਨੇ,
ਹੁਣ ਬਾਈਬਲ ਦੱਸਦੀ ਹੈ ਯੀਸ਼ੂ ਮਸੀਹ ਨੇ ਕੁਝ ਪਾਪ ਨਹੀਂ ਕੀਤਾ, ਕਦੇ ਉਹਨੇ ਕੋਈ ਪਾਪ ਨਹੀਂ ਕੀਤਾ ਸੀ। ਕਿਹੜੇ ਸ਼ਰਾਪ ਸੀ ਫਿਰ ਉਹਦੇ ਜਿਹਦੇ ਕਰਕੇ ਉਹਨੂੰ ਸਲੀਬੀ ਮੌਤ ਦਿੱਤੀ ਗਈ? ਮੇਰੇ ਪਿਆਰਿਓ, ਇਹ ਤੁਹਾਡੇ ਤੇ ਮੇਰੇ ਆਦਮ ਤੋਂ ਚੱਲੇ ਆ ਰਹੇ ਗੁਨਾਹਾਂ ਕਰਕੇ ਯੀਸ਼ੂ ਮਸੀਹ ਨੂੰ ਸਲੀਬ ਦੀ ਮੌਤ ਦਿੱਤੀ ਗਈ। ਇੱਥੇ ਲਿਖਿਆ ਮਸੀਹ ਨੇ ਸਾਨੂੰ ਵਿਵਸਥਾ ਦੇ ਸ਼ਰਾਪ ਤੋਂ ਮੁਕਤ ਕਰ ਦਿੱਤਾ, ਫ੍ਰੀ ਕਰ ਦਿੱਤਾ। ਇਸੇ ਲਈ ਬਾਈਬਲ ਕਹਿੰਦੀ ਹੈ ਕਿ ਜਿਹਨੂੰ ਪੁੱਤਰ ਮੁਕਤ ਕਰੇਗਾ, ਫ੍ਰੀ ਕਰੇਗਾ, ਆਜ਼ਾਦ ਕਰੇਗਾ, ਸੁਤੰਤਰ ਕਰੇਗਾ, ਉਹ ਹਮੇਸ਼ਾ ਲਈ ਸੁਤੰਤਰ ਹੋ ਜਾਏਗਾ। ਅੱਜ ਤੁਹਾਡੇ ਘਰਾਂ ਦੇ ਵਿੱਚ, ਅੱਜ ਤੁਹਾਡੀ ਲਾਈਫ ਦੇ ਵਿੱਚ ਸ਼ਰਾਪ ਚੱਲੇ ਆ ਸਕਦੇ ਨੇ ਜੀ ਤੋਂ ਤੁਸੀਂ ਬਹੁਤ ਕੋਸ਼ਿਸ਼ ਕੀਤੀ ਪਰ ਉਹ ਫਿਕਸ ਨਹੀਂ ਹੁੰਦੇ। ਮੈਰਿਜ ਲਾਈਫ ਟੁੱਟਣ ਤੇ ਹੈ, ਬੱਚੇ ਖਰਾਬ ਹੋ ਰਹੇ ਨੇ, ਫਾਈਨੈਂਸ ਸੁਧਰਦਾ ਨਹੀਂ, ਚੀਜ਼ਾਂ ਖਰਾਬ ਹੋ ਰਹੀਆਂ ਨੇ, ਬਹੁਤ ਕੁਝ ਉਥਲ ਪੁਥਲ ਹੋ ਰਿਹਾ, ਸਭ ਕੁਝ ਕਰਕੇ ਦੇਖ ਲਿਆ, ਹਜੇ ਵੀ ਉਹ ਫਿਕਸ ਨਹੀਂ ਹੁੰਦਾ। ਕਿਉਂ? ਕੀ ਕਰੀਏ ਕਿ ਉਹ ਫਿਕਸ ਹੋ ਜਾਏ? ਬਾਈਬਲ ਕਹਿੰਦੀ ਕਿ ਸ਼ਰਾਪ ਚੱਲੇ ਆ ਰਹੇ ਸੀਗੇ ਜਿਹਨੂੰ ਯੀਸ਼ੂ ਮਸੀਹ ਨੇ ਤੋੜ ਦਿੱਤਾ। ਮੇਰੇ ਪਿਆਰਿਓ, ਇਹ ਸ਼ਰਾਪਾਂ ਦੇ ਚੱਲਦੇ ਲਾਈਫ ਕਦੇ ਵੀ ਸ਼ੈਤਾਨ ਦੇ ਚੁੰਗਲ ਤੋਂ ਛੁੱਟ ਨਹੀਂ ਸਕਦੀ। ਜੇਕਰ ਤੁਸੀਂ ਉਹਦੇ ਚੁੰਗਲ ਤੋਂ ਛੁੱਟਣਾ, ਬਾਈਬਲ ਦੱਸਦੀ ਹੈ ਇੱਕੋ ਹੀ ਤਰੀਕਾ, ਦੇयर इज ਓਨਲੀ ਵਨ ਵੇ। ਯੀਸ਼ੂ ਮਸੀਹ ਨੇ ਕਿਹਾ ਰਾਹ, ਸੱਚਾਈ ਤੇ ਜ਼ਿੰਦਗੀ ਮੈਂ ਹਾਂ। ਹਾਲੇਲੂਇਆ। ਉਹਨੇ ਕਿਹਾ ਬਿਨਾ ਮੇਰੇ ਕੋਈ ਪਿਤਾ ਕੋ ਨਹੀਂ ਜਾ ਸਕਦਾ। ਬਾਈਬਲ ਦੱਸਦੀ ਹੈ ਯੀਸ਼ੂ ਮਸੀਹ ਹੀ ਇੱਕ ਮਾਤਰ ਇਕੱਲਾ ਉਹ ਪਰਮੇਸ਼ਰ ਹੈ ਜੋ ਗੁਨਾਹਾਂ ਨੂੰ, ਪਾਪਾਂ ਨੂੰ ਮਾਫ ਕਰਨ ਦੀ ਤਾਕਤ ਰੱਖਦਾ। ਕਿਉਂ? ਕਿਉਂਕਿ ਉਹਨੇ ਕੀਮਤ ਅਦਾ ਕੀਤੀ ਆ, ਉਹਨੇ ਕਰੂਜ਼ ਦੇ ਉੱਤੇ ਬਲੀਦਾਨ ਦਿੱਤਾ, ਉਹਨੇ ਆਪਣੀ ਜਾਨ ਨੂੰ ਦਿੱਤਾ ਤੁਹਾਡੇ ਲਈ ਤੇ ਮੇਰੇ ਲਈ। ਹਾਲੇਲੂਇਆ। ਬਹੁਤ ਸਾਰੇ ਲੋਕ ਪੁੱਛਦੇ ਕਿਉਂ ਸਲੀਬੀ ਮੌਤ? ਬਾਈਬਲ ਦੱਸਦੀ ਹੈ ਕਿਉਂਕਿ ਸ਼ਰਾਪਿਤ ਆ ਉਹ ਜਿਹੜਾ ਸਲੀਬ ਦੇ ਉੱਤੇ ਮਰਦਾ ਹੈ। ਹਾਲੇਲੂਇਆ। ਯੀਸ਼ੂ ਮਸੀਹ ਨੇ ਖੂਨ ਬਹਾਇਆ ਤੁਹਾਡੇ ਤੇ ਮੇਰੇ ਲਈ, ਇਸ ਲਈ ਉਹ ਸਲੀਬ ਦੀ ਮੌਤ ਮਰਿਆ। ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਸਾਰੇ ਲਈ ਦੁਆ ਕਰਾਂਗਾ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਭੂ ਯੀਸ਼ੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅਸੀਂ ਦੇਖ ਰਹੇ ਹਾਂ ਕਿ ਕਿਉਂ ਯੀਸ਼ੂ ਮਸੀਹ ਨੂੰ ਸਲੀਬੀ ਮੌਤ ਲੈਣੀ ਪਈ, ਕਿਉਂ ਯੀਸ਼ੂ ਮਸੀਹ ਨੂੰ ਕੋਈ ਹੋਰ ਢੰਗ ਤਰੀਕਾ, ਕੋਈ ਹੋਰ ਤਰ੍ਹਾਂ ਨਾਲ ਕਿਉਂ ਨਹੀਂ ਉਹਨੂੰ ਮਾਰਿਆ ਗਿਆ, ਕਿਉਂ ਉਹਦੀ ਜਾਨ ਹੋਰ ਕਿਸੇ ਤਰੀਕੇ ਨਾਲ ਨਹੀਂ ਲਈ ਗਈ। ਬਾਈਬਲ ਦੱਸਦੀ ਹੈ ਕਿਉਂਕਿ ਜਿਹੜਾ ਸਲੀਬ ਤੇ ਮਰਦਾ ਉਹ ਸ਼ਰਾਪਿਤ ਹੈ। ਹੁਣ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਬਹੁਤ ਹੋਰ ਵੱਡੇ ਚੰਗੇ ਲੋਕਾਂ ਨੇ ਆਪਣੀ ਜਾਨ ਦਿੱਤੀ, ਫਿਰ ਕਿਉਂ ਅਸੀਂ ਯੀਸ਼ੂ ਮਸੀਹ ਤੇ ਹੀ ਫੇਥ ਕਰੀਏ? ਮੇਰੇ ਪਿਆਰਿਓ, ਮੈਂ ਤੁਹਾਨੂੰ ਦੱਸਦਾ ਇਹਦੇ ਪਿਛਲਾ ਭੇਤ। ਹੁਣ ਬਾਈਬਲ ਦੱਸਦੀ ਹੈ ਜੇ ਅਸੀਂ ਯੀਸ਼ੂ ਮਸੀਹ ਦੇ ਚੇਲੇ ਵੀ ਦੇਖੀਏ, ਯੀਸ਼ੂ ਮਸੀਹ ਦੇ ਚੇਲੇ ਜਿਹੜੇ ਕਿ ਯੀਸ਼ੂ ਮਸੀਹ ਦੇ ਦੁਆਰਾ ਧਰਮੀ ਠਹਿਰਾਏ ਗਏ, ਜਿਨ੍ਹਾਂ ਕੋਲੇ ਅਧਿਕਾਰ ਸੀ ਦੁਸ਼ਟ ਆਤਮਾਵਾਂ ਉੱਤੇ, ਜਿਨ੍ਹਾਂ ਕੋਲੇ ਅਧਿਕਾਰ ਸੀ ਬਿਮਾਰੀਆਂ ਨੂੰ ਚੰਗਾ ਕਰਨ ਲਈ, ਜਿਹੜੇ ਯੀਸ਼ੂ ਮਸੀਹ ਦੇ ਚੇਲੇ ਸੀ, ਉਹ ਲੋਕਾਂ ਨੂੰ ਵੀ ਮਾਰਿਆ ਗਿਆ। ਕਿਸੇ ਨੂੰ ਆਰੇ ਨਾਲ ਕੱਟਿਆ ਗਿਆ, ਕਿਸੇ ਨੂੰ ਸਲੀਬ ਤੇ ਮਾਰਿਆ ਗਿਆ, ਕਿਸੇ ਨੂੰ ਉਬਲਦੇ ਹੋਏ ਪਾਣੀ ਦੇ ਵਿੱਚ ਸਿੱਟ ਕੇ ਮਾਰਿਆ ਗਿਆ, ਅਲੱਗ-ਅਲੱਗ ਤਰੀਕੇ ਨਾਲ ਮਾਰਿਆ ਗਿਆ। ਹੁਣ ਜਾਨ ਤਾਂ ਉਹਨਾਂ ਨੇ ਵੀ ਦਿੱਤੀ, ਫਿਰ ਕਿਉਂ ਅਸੀਂ ਪਤਰਸ ਨੂੰ ਜਾਂ ਅਸੀਂ ਯੋਹੰਨਾ ਨੂੰ ਜਾਂ ਅਸੀਂ ਆਂਦਰਿਆਸ ਨੂੰ, ਅਸੀਂ ਉਹਨਾਂ ਨੂੰ, ਬਾਕੀ ਚੇਲਿਆਂ ਨੂੰ ਅਸੀਂ ਕਿਉਂ ਨਹੀਂ ਕਹਿੰਦੇ ਕਿ ਹਾਂ ਇਹ ਵੀ ਪਰਮੇਸ਼ਵਰ ਨੇ? ਅਸੀਂ ਇਹ ਕਿਉਂ ਨਹੀਂ ਕਹਿੰਦੇ? ਕਿਉਂ? ਕਿਉਂਕਿ ਬਾਈਬਲ ਦੱਸਦੀ ਹੈ ਯੋਹੰਨਾ 3:16 ਦੇ ਵਿੱਚ ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦਿੱਤਾ, ਜੋ ਕੋਈ ਉੱਤੇ ਫੇਥ ਕਰੇ ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪਾਏ। ਇਕਲੌਤਾ ਪੁੱਤਰ ਯੀਸ਼ੂ ਮਸੀਹ ਹੀ ਹੈ। ਯੀਸ਼ੂ ਮਸੀਹ ਨੇ ਜਾਨ ਦਿੱਤੀ ਤੇ ਸਾਡੇ
ਪਾਪ ਮਾਫ ਹੁੰਦੇ ਆ। ਬਾਕੀਆਂ ਦੇ ਜਾਨ ਦੇਣ ਨਾਲ ਪਾਪ ਮਾਫ ਨਹੀਂ ਹੁੰਦੇ। ਜੇ ਬਾਕੀ ਲੋਕਾਂ ਨੇ ਜਾਨ ਦਿੱਤੀ, ਜੇ ਬਾਕੀ ਚੇਲਿਆਂ ਨੇ ਜਾਨ ਦਿੱਤੀ, ਉਹਨਾਂ ਨੇ ਜਾਨ ਕਿਉਂ ਦਿੱਤੀ? ਕਿਉਂਕਿ ਕਿਸੇ ਨੇ ਆਪਣੇ ਲੋਕਾਂ ਲਈ ਜਾਨ ਦਿੱਤੀ ਕਿ ਸਾਡੇ ਲੋਕਾਂ ਦੇ ਉੱਤੇ ਕੋਈ ਟਰਬਲ ਨਾ ਆਵੇ। ਚੇਲਿਆਂ ਨੇ ਕੁਛ ਨੇ ਜਾਨ ਇਸ ਕਰਕੇ ਦਿੱਤੀ ਕਿ ਹਾਂ ਸਾਡਾ ਫੇਥ ਯਿਸੂ ਮਸੀਹ ਤੇ, ਅਸੀਂ ਮਰ ਜਾਵਾਂਗੇ ਪਰ ਅਸੀਂ ਉਹਦੇ ਨਾਮ ਦਾ ਇਨਕਾਰ ਨਹੀਂ ਕਰਾਂਗੇ। ਪਰ ਯਿਸੂ ਮਸੀਹ ਨੇ ਜਾਨ ਕਿਉਂ ਦਿੱਤੀ? ਯਿਸੂ ਮਸੀਹ ਨੇ ਜਾਨ ਇਸ ਲਈ ਦਿੱਤੀ ਕਿ ਤੁਹਾਡੇ ਤੇ ਮੇਰੇ ਸਾਰੇ ਗੁਨਾਹ ਉਹਦੇ ਉੱਤੇ ਟ੍ਰਾਂਸਫਰ ਕਰ ਦਿੱਤੇ ਗਏ। ਹਾਲੇਲੂਇਆ। ਜਦੋਂ ਸਾਡੇ ਪਾਪ ਉੱਤੇ ਟ੍ਰਾਂਸਫਰ ਕਰ ਦਿੱਤੇ ਗਏ, ਫਿਰ ਉਹਨੇ ਸਲੀਬ ਦੀ ਮੌਤ ਮੰਗੀ ਨਹੀਂ। ਇਹ ਉਸ ਟਾਈਮ ਦਾ ਲਾਅ ਸੀ ਕਿ ਜਿਹਦੇ ਉੱਤੇ ਸ਼ਰਾਪ ਹੋਣਗੇ ਉਹਨੂੰ ਸਲੀਬ ਦੀ ਮੌਤ ਦਿੱਤੀ ਜਾਏਗੀ। ਹਾਲੇਲੂਇਆ। ਇਸ ਲਈ ਯਿਸੂ ਮਸੀਹ ਨੂੰ ਸਲੀਬ ਤੇ ਹੀ ਮਰਨਾ ਜ਼ਰੂਰੀ ਸੀ, ਕਿਉਂਕਿ ਤੁਹਾਡੇ ਤੇ ਮੇਰੇ ਗੁਨਾਹਾਂ ਨੂੰ ਉਹਨੇ ਆਪਣੇ ਉੱਤੇ ਲਿਆ। ਅਸੀਂ ਪੜਾਂਗੇ ਇੱਕ ਹੋਰ ਆਇਤ ਨੂੰ, ਇਬਰਾਨੀਆਂ ਦੀ ਕਿਤਾਬ। ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਇੱਕ ਹੀ ਵਾਰ ਬਲੀ ਕੀਤਾ ਕਿ ਉਹ ਬਹੁਤਿਆਂ ਦੇ ਪਾਪਾਂ ਦਾ ਖਾਤਮਾ ਕਰੇ। ਹੁਣ ਉਹ ਦੂਜੀ ਵਾਰ ਪ੍ਰਗਟ ਹੋਵੇਗਾ, ਪਰ ਇਸ ਵਾਰ ਪਾਪ ਸੰਬੰਧੀ ਨਹੀਂ, ਸਗੋਂ ਉਹਨਾਂ ਨੂੰ ਮੁਕਤੀ ਦੇਣ ਲਈ ਜੋ ਉਸ ਦੀ ਉਡੀਕ ਵਿੱਚ ਹਨ। ਹਾਲੇਲੂਇਆ। ਹੁਣ ਯਿਸੂ ਮਸੀਹ ਨੇ ਸਾਡੇ ਪਾਪਾਂ ਨੂੰ ਖਤਮ ਕਰਨ ਲਈ ਆਪਣੀ ਜਾਨ ਦੇ ਦਿੱਤੀ। ਇੱਕ ਵਾਰ ਯਿਸੂ ਮਸੀਹ ਆਇਆ ਕਿ ਉਹ ਸਾਡੇ ਪਾਪਾਂ ਲਈ ਬਲੀਦਾਨ ਹੋ ਜਾਵੇ, ਪਰ ਹੁਣ ਯਿਸੂ ਮਸੀਹ ਆ ਰਿਹਾ ਆਪਣੇ ਲੋਕਾਂ ਨੂੰ ਆਪਣੇ ਨਾਲ ਲਿਜਾਣ ਲਈ, ਤੇ ਫਿਰ ਉਹ ਆ ਰਿਹਾ ਨਿਆਂ ਕਰਨ ਵਾਸਤੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਉਹਦੇ ਬਲੀਦਾਨ ਦੇ ਉੱਤੇ ਯਕੀਨ ਨਹੀਂ ਕੀਤਾ, ਜਿਨ੍ਹਾਂ ਨੇ ਉਹਦੇ ਬਲੀਦਾਨ ਨੂੰ ਹਾਸੇ 'ਚ ਉਡਾਇਆ। ਉਹਨੇ ਕਿਹਾ ਕਿ ਮੈਂ ਨਿਆਂ ਕਰਨ ਲਈ ਆ ਰਿਹਾ। ਜੇ ਇਹਦੇ 10 ਅਧਿਆਏ ਨੂੰ ਪੜ੍ਹੀਏ, ਉਹਦੀ 26 ਆਇਤ ਲਿਖਿਆ, ਜੇਕਰ ਅਸੀਂ ਸਭ ਨੂੰ ਜਾਣਨ ਦੇ ਪਿੱਛੋਂ ਵੀ ਜਾਣ ਬੁੱਝ ਕੇ ਪਾਪ ਕਰਦੇ ਜਾਈਏ ਤਾਂ ਫਿਰ ਪਿੱਛੇ ਹੋਰ ਕੋਈ ਕੁਰਬਾਨੀ ਨਹੀਂ ਰਹਿ ਜਾਂਦੀ ਜਿਸ ਦੁਆਰਾ ਸਾਡੇ ਪਾਪ ਮਾਫ ਹੁੰਦੇ ਹਨ। ਹਾਲੇਲੂਇਆ। ਤੁਸੀਂ ਵਚਨ ਨੂੰ ਸੁਣਿਆ, ਤੁਸੀਂ ਵਚਨ ਨੂੰ ਜਾਣਦੇ ਹੋ। ਯਿਸੂ ਮਸੀਹ ਨੇ ਕਿਹਾ, ਰਾਹ, ਸੱਚਾਈ ਤੇ ਜ਼ਿੰਦਗੀ ਮੈਂ ਹਾਂ। ਹਾਲੇਲੂਇਆ। ਉਹਨੇ ਕਿਹਾ, ਬਿਨਾਂ ਮੇਰੇ ਪਿਤਾ ਕੋ ਕੋਈ ਨਹੀਂ ਜਾ ਸਕਦਾ। ਤੇਰੇ ਗੁਨਾਹਾਂ ਲਈ ਮੈਂ ਜਾਨ ਦਿੱਤੀ ਮੇਰੇ ਬੇਟੇ, ਤੇਰੇ ਗੁਨਾਹਾਂ ਲਈ ਮੈਂ ਜਾਨ ਦਿੱਤੀ ਮੇਰੀ ਬੇਟੀ। ਤੁਸੀਂ ਪਾਪਾਂ ਤੋਂ ਛੁੱਟ ਜਾਓ, ਇਸ ਲਈ ਮੈਂ ਸਲੀਬੀ ਮੌਤ ਲਈ, ਮੈਂ ਉਸ ਸ਼ਰਾਪ ਨੂੰ ਆਪਣੇ ਉੱਤੇ ਲਿਆ ਕਿ ਤੁਹਾਡੇ ਸ਼ਰਾਪ ਖਤਮ ਹੋ ਜਾਣ। ਪਰ ਅੱਜ ਵੀ ਜੇ ਤੁਸੀਂ ਸ਼ਰਾਪ ਦੇ ਅਧੀਨ ਹੋ ਤਾਂ ਤੁਹਾਨੂੰ ਵਿਸ਼ਵਾਸ ਕਰਨਾ ਪਏਗਾ ਕਿ ਯਿਸੂ ਮਸੀਹ ਤੁਹਾਡੇ ਲਈ ਮਰ ਗਿਆ, ਗੱਡਿਆ ਗਿਆ, ਤੀਸਰੇ ਦਿਨ ਮੁਰਦਿਆਂ ਤੋਂ ਜੀ ਉੱਠਿਆ। ਜਦੋਂ ਤੁਸੀਂ ਇਸ ਵਿਸ਼ਵਾਸ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਓਗੇ, ਤੁਸੀਂ ਯਿਸੂ ਮਸੀਹ ਨੂੰ ਆਪਣਾ ਉद्धारकर्ता ਗ੍ਰਹਿਣ ਕਰੋਗੇ। ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਸਾਰੇ ਪਾਪ ਮਾਫ ਹੋਣਗੇ, ਤੁਹਾਡੇ ਸ਼ਰਾਪ ਟੁੱਟ ਜਾਣਗੇ। ਇਹੀ ਮੇਰਾ ਧਰਮ ਸ਼ਾਸਤਰ, ਇਹੀ ਮੇਰੀ ਬਾਈਬਲ ਦੱਸਦੀ ਹੈ। ਹਾਲੇਲੂਇਆ। ਮੇਰੇ ਪਿਆਰਿਓ, ਮੇਰਾ ਇਹ ਵਿਸ਼ਵਾਸ ਹੈ ਕਿ ਤੁਹਾਡੇ ਇਸ ਕੁਐਸਚਨ ਦਾ ਆਨਸਰ ਤੁਹਾਨੂੰ ਮਿਲ ਗਿਆ ਹੋਵੇਗਾ ਕਿ ਕਿਉਂ ਯਿਸੂ ਮਸੀਹ ਨੇ ਮੂੰਹ ਤੋਂ ਬੋਲ ਕੇ ਹੀ ਕਹਿ ਨਹੀਂ ਦਿੱਤਾ ਕਿ ਸਾਰੀ ਜਗਤ ਦੇ ਪਾਪ ਮਾਫ ਹੋ ਜਾਣ। ਉਹਨੇ ਕਿਹਾ, ਮੈਂ ਇਨਸਾਨ ਨਹੀਂ ਕਿ ਮੈਂ ਆਪਣੇ ਲਈ ਹੋਰ ਰੂਲ ਰੱਖਾਂ, ਦੂਜਿਆਂ ਲਈ ਹੋਰ ਰੂਲ ਰੱਖਾਂ। ਜੇ ਪਰਮੇਸ਼ਵਰ ਹੀ ਇਸ ਤਰ੍ਹਾਂ ਕਰੇਗਾ ਤੇ ਬਾਕੀਆਂ ਨੂੰ ਉਹ ਕੀ ਕਹੇਗਾ ਰੂਲ ਨੂੰ ਫੋਲੋ ਕਰਨ ਲਈ, ਮੰਨਣ ਲਈ? ਉਹ ਨਿਆਈ ਪਰਮੇਸ਼ਵਰ ਹੈ। ਜਦੋਂ ਗੱਲ ਨਿਆਂ ਕਰਨ ਦੀ ਆਈ ਤਾਂ ਉਹਨੇ ਆਪਣੇ ਆਪ ਨੂੰ, ਆਪਣੇ ਇਕਲੌਤੇ ਪੁੱਤਰ ਨੂੰ ਲੁਕੋ ਕੇ ਨਹੀਂ ਰੱਖਿਆ। ਉਹਨੇ ਆਪਣੇ ਇਕਲੌਤੇ ਪੁੱਤਰ ਨੂੰ ਦੇ ਦਿੱਤਾ ਤਾਂ ਕਿ ਉਹਦੇ ਸਲੀਬ ਤੇ ਮਰਨ ਨਾਲ, ਉਹਦੇ ਉੱਤੇ ਫੇਥ ਕਰਨ ਨਾਲ ਤੁਹਾਡੇ ਤੇ ਮੇਰੇ ਗੁਨਾਹ ਮਾਫ ਹੋ ਜਾਣ। ਤੇ ਬਾਈਬਲ ਦੱਸਦੀ ਹੈ, ਜੇਕਰ ਅਸੀਂ ਸਭ ਨੂੰ ਜਾਣਨ ਤੋਂ ਪਿੱਛੋਂ ਵੀ ਜਾਣ ਬੁੱਝ ਕੇ ਪਾਪ ਕਰੀਏ, ਫਿਰ ਇਹਦੇ ਪਿੱਛੇ ਹੋਰ ਕੋਈ ਕੁਰਬਾਨੀ ਨਹੀਂ ਰਹਿ ਜਾਂਦੀ ਜਿਹਦੇ ਦੁਆਰਾ ਸਾਡੇ ਪਾਪ ਮਾਫ ਹੋ ਜਾਣ। ਹਾਲੇਲੂਇਆ। ਮੇਰੇ ਪਿਆਰਿਓ, ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਹੀ ਮਰਨਾ ਜ਼ਰੂਰੀ ਸੀ, ਕਿਉਂਕਿ ਇਸ ਜਗਤ ਦੇ ਪਾਪਾਂ ਤੋਂ, ਸ਼ਰਾਪਾਂ ਤੋਂ, ਇਹਨਾਂ ਸਭ ਤੋਂ ਛੁਡਾਉਣ ਦੇ ਵਾਸਤੇ ਲਾਅ ਦੇ ਅਕੋਰਡਿੰਗ ਇਹੀ ਮੌਤ ਰੱਖੀ ਗਈ ਸੀ। ਹਾਲੇਲੂਇਆ। ਅਸੀਂ ਕਿਸੇ ਹੋਰ ਦੇ ਉੱਤੇ ਫੇਥ ਕਰਕੇ ਇਹ ਨਹੀਂ ਬੋਲ ਸਕਦੇ ਕਿ ਹਾਂ ਇਹਦੇ ਮਰਨ ਨਾਲ ਮੇਰੇ ਪਾਪ ਮਾਫ ਹੋ ਗਏ। ਹਾਂ, ਕਿਸੇ ਨੇ ਸਾਡੇ ਲਈ ਜੇ ਜਾਨ ਦਿੱਤੀ, ਉਹ ਪਿਆਰ ਦੇ ਚੱਲਦੇ ਦਿੱਤੀ ਹੋ ਸਕਦੀ ਹੈ, ਪਰ ਕਿਸੇ ਦੇ ਜਾਨ ਦੇਣ ਦੇ ਨਾਲ ਸਾਨੂੰ ਚੰਗੀ ਸੇਧ ਤਾਂ ਮਿਲ ਸਕਦੀ ਹੈ, ਪਰ ਸਾਡੇ ਪਾਪਾਂ ਤੋਂ, ਗੁਨਾਹਾਂ ਤੋਂ ਮਾਫੀ ਨਹੀਂ ਮਿਲ ਸਕਦੀ। ਪਤਰਸ ਨੇ ਜਾਨ ਦਿੱਤੀ, ਪਰ ਉਹਦੀ ਜਾਨ ਦੇਣ ਦੇ ਨਾਲ ਅਸੀਂ ਉਹਦੇ ਪਿਆਰ ਨੂੰ ਤਾਂ ਜਾਣਦੇ ਹਾਂ, ਸੇਧ ਤਾਂ ਸਾਨੂੰ ਮਿਲਦੀ ਹੈ, ਪਰ ਅਸੀਂ ਇਹ ਨਹੀਂ ਕਹਿ ਸਕਦੇ ਪਤਰਸ ਦੇ ਜਾਨ ਦੇਣ ਨਾਲ ਸਾਡੇ ਗੁਨਾਹ ਮਾਫ ਹੋ ਗਏ। ਪੌਲੂਸ ਕਹਿੰਦਾ, ਕੌਣ ਤੁਹਾਡੇ ਲਈ ਸਲੀਬ ਤੇ ਚੜ੍ਹ ਗਿਆ? ਮੈਂ ਤੁਹਾਡੇ ਲਈ ਸਲੀਬ ਤੇ ਚੜ੍ਹ ਗਿਆ ਜਾਂ ਕੋਈ ਹੋਰ? ਹਾਲੇਲੂਇਆ।
ਮੇਰਾ ਇਹ ਵਿਸ਼ਵਾਸ ਹੈ ਇਹ ਵਚਨ ਤੁਹਾਡੀ ਜ਼ਿੰਦਗੀ 'ਚ ਕੰਮ ਕਰਨਗੇ। ਤੇ ਜੇ ਅੱਜ ਵੀ ਤੁਸੀਂ ਆਪਣੀ ਲਾਈਫ ਦੇ ਸ਼ਰਾਪਾਂ ਤੋਂ ਪਰੇਸ਼ਾਨ ਹੋ, ਮੈਂ ਤੁਹਾਡੇ ਲਈ ਦੁਆ ਕਰਾਂਗਾ। ਆਓ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ। ਤੁਸੀਂ ਮੇਰੇ ਪਿੱਛੇ ਇਸ ਪ੍ਰਾਰਥਨਾ ਨੂੰ ਦੁਹਰਾ ਸਕਦੇ ਹੋ। ਸਰਵ ਸ਼ਕਤੀਮਾਨ ਪਰਮੇਸ਼ਵਰ, ਯੀਸ਼ੂ ਮਸੀਹ ਨਾਸਰੀ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡਾ ਵਚਨ ਦੱਸਦਾ ਕਿ ਸਾਡੇ ਪਾਪਾਂ ਤੋਂ, ਸ਼ਰਾਪਾਂ ਤੋਂ ਸਾਨੂੰ ਛੁਡਾਉਣ ਲਈ ਤੁਸੀਂ ਆਪਣੀ ਜਾਨ ਦਿੱਤੀ। ਖੁਦਾਵੰਦ, ਅੱਜ ਇਹ ਵਚਨ ਤੁਹਾਡੇ ਲੋਕਾਂ ਤੱਕ ਪਹੁੰਚਾਏ ਜਾ ਚੁੱਕੇ ਨੇ। ਇਹਨਾਂ ਨੇ ਤੁਹਾਡੇ ਵਚਨਾਂ ਨੂੰ ਸੁਣਿਆ। ਮੇਰੀ ਪ੍ਰਾਰਥਨਾ ਹੈ ਜਿੰਨੇ ਲੋਕਾਂ ਨੇ ਅੱਜ ਇਹਨਾਂ ਵਚਨਾਂ ਨੂੰ ਸੁਣਿਆ, ਤੁਸੀਂ ਇਹਨਾਂ ਨੂੰ ਇਹਨਾਂ ਦੇ ਸ਼ਰਾਪਾਂ ਤੋਂ, ਇਹਨਾਂ ਦੇ ਪਾਪਾਂ ਤੋਂ ਛੁਡਾਓ। ਤੁਸੀਂ ਇਸ ਪ੍ਰਾਰਥਨਾ ਨੂੰ ਮੇਰੇ ਪਿੱਛੇ ਬੋਲ ਸਕਦੇ ਹੋ। ਯੀਸ਼ੂ ਮਸੀਹ, ਅਸੀਂ ਆਪਣੇ ਗੁਨਾਹਾਂ ਤੋਂ ਮਾਫੀ ਮੰਗਦੇ ਹਾਂ। ਅਸੀਂ ਤੁਹਾਡੇ ਸਲੀਬ ਤੇ ਮਰ ਜਾਣ ਤੇ, ਗੱਡੇ ਜਾਣ ਤੇ ਜੀ ਉੱਠਣ ਤੇ ਫੇਥ ਕਰਦੇ ਹਾਂ। ਅਸੀਂ ਤੁਹਾਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਦੇ ਹਾਂ। ਤੁਸੀਂ ਸਾਨੂੰ ਆਪਣੇ ਬੇਟੀਆਂ ਤੇ ਬੇਟੇ ਹੋਣ ਦਾ ਅਧਿਕਾਰ ਦਿਓ। ਯੀਸ਼ੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ। ਖੁਦਾਵੰਦ, ਮੈਂ ਪ੍ਰਾਰਥਨਾ ਕਰਦਾ ਇਸ ਵਕਤ ਜਿੰਨੇ ਬਿਮਾਰ ਮੈਨੂੰ ਦੇਖ ਰਹੇ ਆ, ਇਹਨਾਂ ਦੀਆਂ ਬਿਮਾਰੀਆਂ ਜਾਣ, ਟਰਬਲ ਖਤਮ ਹੋਣ, ਜ਼ਿੰਦਗੀਆਂ ਚੇਂਜ ਹੋਣ, ਗਵਾਹੀ ਦੇ ਨਾਲ ਹਰ ਇੱਕ ਜਨ ਖੜਾ ਹੋਵੇ। ਯੀਸ਼ੂ ਮਸੀਹ ਦੇ ਸਮਰਥੀ ਨਾਮ 'ਚ ਮੰਗਦੇ ਹਾਂ, ਆਮੀਨ, ਆਮੀਨ, ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਇਨ ਪਰਸਨ ਚਰਚ 'ਚ ਆ ਕੇ ਮੀਟਿੰਗ ਅਟੈਂਡ ਕਰਨਾ ਚਾਹੁੰਦੇ ਹੋ, ਹਰ ਇਤਵਾਰ ਦੁਪਹਿਰੇ 1 ਵਜੇ ਅਸੀਂ ਪਰਮੇਸ਼ਰ ਦੇ ਭਵਨ 'ਚ ਮਿਲਦੇ ਹਾਂ। ਐਡਰੈਸ ਤੁਹਾਡੀ ਸਕਰੀਨ ਤੇ ਦਿੱਤਾ ਗਿਆ। ਜੇ ਤੁਹਾਡੀ ਕੋਈ ਵੀ ਪ੍ਰੇਅਰ ਰਿਕੁਐਸਟ ਹੈ, ਕੋਈ ਵੀ ਕੁਐਸਚਨ ਆ, ਫਿਰ ਵੀ ਤੁਸੀਂ ਸਾਨੂੰ ਕਾਲ ਕਰੋ। ਅਸੀਂ ਮਿਲ ਕੇ ਤੁਹਾਡੇ ਲਈ ਦੁਆ ਕਰਾਂਗੇ। ਤੁਹਾਡੀ ਜ਼ਿੰਦਗੀ ਸੇਮ ਨਾ ਰਹੇਗੀ। ਅਸੀਂ ਫਿਰ ਮਿਲਾਂਗੇ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ 'ਚ। ਗॉड ਬlesਸ ਯੂ ਆਲ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਯਿਸੂ ਕੋਲ ਆਵੇਂ ਤੇ ਚੰਗਾ ਏ। ਦੁਨੀਆ 'ਚ ਤੈਨੂੰ ਜੇ